Recorded. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਵੀਰਾਂ ਭੈਣਾਂ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਅੱਜ ਦੀ ਕਲਾਸ ਦੇ ਵਿੱਚ ਇੱਕ ਵਿਸ਼ੇਸ਼ ਲੈਕਚਰ ਅਸੀਂ ਸਰਦਾਰ ਫੂਲਾ ਸਿੰਘ ਜੀ ਪਾਸੋਂ ਸੁਣਾਂਗੇ। ਉਹਨਾਂ ਨੇ ਇੱਕ ਪ੍ਰੈਜੈਂਟੇਸ਼ਨ ਤਿਆਰ ਕੀਤੀ ਹੈ ਪੰਜਾਬੀ ਬੋਲੀ ਅਤੇ ਗੁਰਮੁਖੀ ਲਿਪੀ ਦੇ ਬਾਰੇ ਸਾਡੇ ਨਾਲ ਉਹ ਜਾਣਕਾਰੀ ਸਾਂਝੀ ਕਰਨਗੇ। ਉਹਨਾਂ ਨੂੰ ਬੇਨਤੀ ਹੈ ਜੀ ਕਿ ਅੱਜ ਦਾ ਵਿਸ਼ਾ ਆਰੰਭ ਕਰਨ ਤੇ ਸਾਨੂੰ ਇਸ ਬੋਲੀ ਬਾਰੇ ਤੇ ਲਿਪੀ ਦੇ ਬਾਰੇ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਜੀ। ਸਰਦਾਰ ਫੂਲਾ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਅੱਜ ਦਾ ਵਿਸ਼ਾ ਹੈ ਪੰਜਾਬੀ ਬੋਲੀ ਤੇ ਗੁਰਮੁਖੀ ਲਿਪੀ। ਪੰਜਾਬੀ ਬੋਲੀ ਦਾ ਜਨਮ ਤੇ ਵਿਕਾਸ। ਮਨੁੱਖ ਦੇ ਮਨੋਭਾਵਾਂ ਤੇ ਦਿਮਾਗੀ ਵਿਚਾਰਾਂ ਨੂੰ ਪ੍ਰਗਟਾਉਣ ਲਈ ਸਾਰਥਕ ਆਵਾਜ਼ ਨੂੰ ਬੋਲੀ ਕਿਹਾ ਜਾਂਦਾ ਹੈ। ਮਨੁੱਖ ਨੇ ਬੋਲਣਾ ਕਿਵੇਂ ਸਿੱਖਿਆ? ਇਸ ਬਾਰੇ ਪਹਿਲਾ ਤੇ ਪੁਰਾਣਾ ਮਤ ਇਹ ਹੈ ਕਿ ਬੋਲੀ ਮਨੁੱਖ ਨੂੰ ਰੱਬ ਤੋਂ ਬਖਸ਼ਿਸ਼ ਦੇ ਤੌਰ ਤੇ ਮਿਲੀ। ਯਹੂਦੀ ਤੇ ਈਸਾਈ ਹਿਬਰੂ ਇਬਰਾਨੀ ਨੂੰ, ਹਿੰਦੂ ਵੈਦਿਕ ਬੋਲੀ ਨੂੰ ਤੇ ਮੁਸਲਮਾਨ ਅਰਬੀ ਨੂੰ ਰੱਬੀ ਜ਼ੁਬਾਨ ਮੰਨਦੇ ਆ ਰਹੇ ਹਨ। ਦੂਜਾ ਮਤ ਹੈ ਕਿ ਮਨੁੱਖ ਨੇ ਕੁਦਰਤੀ ਵਸਤਾਂ ਤੇ ਪਸ਼ੂ ਪੰਛੀਆਂ ਦੀ ਆਵਾਜ਼ ਦੀ ਨਕਲ ਕਰਕੇ ਆਪਣੀ ਬੋਲੀ ਬਣਾਈ। ਜਿਵੇਂ ਕਾਂ ਕਾਂ ਕਰਨ ਵਾਲਾ ਕਾਂ ਤੇ ਗਾਂ ਗਾਂ ਕਰਕੇ ਅੜਾਉਣ ਵਾਲਾ ਪਸ਼ੂ ਗਾਂ ਤੇ ਕੁੜ ਕੁੜ ਕਰਨ ਵਾਲਾ ਕੁੱਕੜ ਅਖਵਾਇਆ। ਤੀਜਾ ਮਤ ਹੈ ਕਿ ਮਨੁੱਖ ਦੇ ਸੰਕੇਤਾਂ ਇਸ਼ਾਰਿਆਂ ਤੋਂ ਹੀ ਆਰੰਭਕ ਬੋਲੀ ਦੀ ਰੂਪ ਰੇਖਾ ਉਲੀਕੀ ਗਈ। ਬੋਲੀ ਜਾਂ ਜ਼ੁਬਾਨ ਵਿਅਕਤੀਗਤ ਵਸਤੂ ਨਹੀਂ, ਸਮਾਜਿਕ ਕਿਰਿਆ ਹੈ। ਇੱਕ ਮਨੁੱਖ ਦੂਜੇ ਮਨੁੱਖ ਤਾਈਂ ਆਪਣੇ ਸੂਖਮ ਮਾਨਸਿਕ ਭਾਵਾਂ ਨੂੰ ਬੋਲੀ ਰਾਹੀਂ ਮੂਰਤੀਮਾਨ ਕਰਕੇ ਪੇਸ਼ ਕਰਦਾ ਹੈ। ਸਰੀਰਕ ਭਿੰਨਤਾ, ਮਾਨਸਿਕ ਅਵਸਥਾ ਦੀ ਭਿੰਨਤਾ ਤੇ ਭੂਗੋਲਿਕ ਵਿਖੇਵਿਆਂ ਦੇ ਹਜ਼ਾਰਾਂ ਵਰ੍ਹਿਆਂ ਵਿੱਚ ਬੋਲੀਆਂ ਨੂੰ ਭਿੰਨ ਭਿੰਨ ਰੂਪ ਦਿੱਤੇ ਹਨ। ਬੋਲੀ ਦਾ ਜਨਮ ਤੇ ਵਿਕਾਸ। ਪਹਿਲੇ ਆਰੀਆ ਲੋਕਾਂ ਦੀ ਕੁਦਰਤੀ ਬੋਲੀ ਪ੍ਰਾਕਿਰਤ ਤੋਂ ਵੈਦਿਕ ਭਾਸ਼ਾ ਬਣੀ। ਫਿਰ ਸਦੀਆਂ ਬਾਅਦ ਸੋਧੇ ਮਾਂਜੇ ਜਾਣ ਉਪਰੰਤ ਸੰਸਕ੍ਰਿਤ ਤਿਆਰ ਹੋਈ। ਇਹ ਸੰਸਕ੍ਰਿਤ ਪੜ੍ਹੇ ਲਿਖੇ ਬ੍ਰਾਹਮਣਾਂ ਤੱਕ ਸੀਮਿਤ ਰਹੀ ਤੇ ਲੋਕ ਬੋਲੀ ਦਾ ਕੁਦਰਤੀ ਪ੍ਰਵਾਹ ਉਸੇ ਤਰ੍ਹਾਂ ਚੱਲ ਰਿਹਾ ਸੀ। ਇਸੇ ਪ੍ਰਵਾਹ ਵਿੱਚ ਫਿਰ ਸਾਹਿਤਕ ਪ੍ਰਾਕਿਰਤਾਂ ਪਾਲੀ, ਸ਼ੌਰਸ਼ੈਨੀ ਤੇ ਪੈਸਾਚੀ ਆਦਿ ਨੇ ਜਨਮ ਲਿਆ ਅਤੇ ਇੱਕ ਦਿਨ ਇਹ ਵੀ ਖਤਮ ਹੋ ਗਈਆਂ। ਲੋਕ ਬੋਲੀ ਦਾ ਕੁਦਰਤੀ ਪ੍ਰਵਾਹ ਉਵੇਂ ਜਿਵੇਂ ਜਾਰੀ ਸੀ, ਪਰ ਪੰਡਤ ਲੋਕ ਸੰਸਕਾਰਾਂ ਨਾਲ ਸੋਧੀ ਸੰਸਕ੍ਰਿਤ ਤੋਂ ਸਿਵਾ ਬਾਕੀਆਂ ਨੂੰ ਰਿਸ਼ਤੀ ਹੋਈ ਬੋਲੀ ਅਪਭ੍ਰੰਸ਼ ਦਾ ਖਿਤਾਬ ਦਿੰਦੇ ਸਨ। ਇਸ ਅਪਭ੍ਰੰਸ਼ ਨੇ ਵੀ ਸਾਹਿਤਕ ਸਿੰਘਾਸਣ ਤੇ ਬੈਠ ਕੇ ਰਾਜ ਕੀਤਾ। ਜਦੋਂ ਅਪਭ੍ਰੰਸ਼ ਦੇ ਦਿਨ ਮੁੱਕੇ ਤਾਂ ਫਿਰ ਸਾਡੀਆਂ ਅੱਜ ਦੀਆਂ ਬੋਲੀਆਂ ਬੰਗਾਲੀ, ਗੁਜਰਾਤੀ, ਰਾਜਸਥਾਨੀ, ਪੰਜਾਬੀ ਆਦਿ ਵਜੂਦ ਵਿੱਚ ਆਈਆਂ ਤੇ ਹੁਣ ਰਾਜ ਭਾਗ ਸਾਂਭਣ ਲਈ ਅੱਗੇ ਵਧ ਰਹੀਆਂ ਹਨ। ਪੰਜਾਬੀ ਦੀਆਂ ਉਪ ਬੋਲੀਆਂ ਡੋਗਰੀ, ਮਾਝੀ, ਦੁਆਬੀ, ਮਲਵਈ, ਪੁਆਧੀ, ਪਟਿਆਣੀ, ਲਹਿੰਦੀ ਤੇ ਪੋਠੋਹਾਰੀ ਆਦਿ ਹੈ। ਪੰਜਾਬੀ ਗੁਰਮੁਖੀ ਲਿਪੀ ਵਿੱਚ ਲਿਖੀ ਜਾਂਦੀ ਹੈ। ਗੁਰਮੁਖੀ ਲਿਪੀ। ਨੈਕਸਟ। ਮਨੁੱਖੀ ਭਾਵਾਂ ਦੀ ਪੁਸ਼ਾਕ ਬੋਲੀ ਅਤੇ ਬੋਲੀ ਦੀ ਪੁਸ਼ਾਕ ਲਿਪੀ ਹੈ। ਜੇ ਲਿਪੀ ਨਾ ਹੁੰਦੀ ਤਾਂ ਬੋਲੀ ਲਈ ਆਪਣੇ ਜਨਮ ਤੋਂ ਬਾਅਦ ਇੱਕ ਛਿਨ ਵੀ ਜਿਉਣਾ ਅਸੰਭਵ ਸੀ ਅਤੇ ਮਨੁੱਖ ਲਈ ਹਜ਼ਾਰਾਂ ਵਰ੍ਹਿਆਂ ਦੇ ਤਜਰਬੇ ਅਤੇ ਗਿਆਨ ਦੇ ਸਿੱਟੇ ਪ੍ਰਾਪਤ ਕਰਨੇ ਦੁਰਲਭ ਹੋ ਜਾਣੇ ਸਨ। ਭਾਵੇਂ ਨਵੀਆਂ ਵਿਗਿਆਨਕ ਕਾਢਾਂ ਨੇ ਆਵਾਜ਼ ਨੂੰ ਸਥਾਈ ਬਣਾ ਲਿਆ ਹੈ,
ਪਰ ਲਿਪੀ ਦੀ ਤਾਕਤ ਤੇ ਵਿਆਪਕਤਾ ਦੇ ਮੁਕਾਬਲੇ ਇਹ ਅਜੇ ਤੁੱਛ ਹਨ। ਨੈਕਸਟ, ਲਿਪੀ ਦਾ ਇਤਿਹਾਸ। ਬੋਲੀਆਂ ਵਾਂਗ ਲਿਪੀਆਂ ਬਾਰੇ ਵੀ ਕੌਮਾਂ ਵਿੱਚ ਇਹ ਵਿਸ਼ਵਾਸ ਚਲੇ ਆਉਂਦੇ ਹਨ ਕਿ ਇਹਨਾਂ ਦੀ ਘਾੜਤ ਰੱਬ ਜਾਂ ਦੇਵਤਿਆਂ ਨੇ ਕੀਤੀ। ਯਹੂਦੀਆਂ ਅਨੁਸਾਰ ਲਿਪੀ ਖੁਦਾ ਨੇ ਪਹਿਲੇ ਪਹਿਲ ਮੂਸਾ ਨੂੰ ਲਿਖਣੀ ਦੱਸੀ ਸੀ। ਮਿਸਰ ਵਾਸੀ ਆਪਣੀ ਲਿਪੀ ਨੂੰ ਰੈਡਮਸ ਦੇਵਤੇ ਦੀ ਬਣਾਈ ਆਖਦੇ ਹਨ। ਭਾਰਤੀ ਆਪਣੀ ਪੁਰਾਣੀ ਲਿਪੀ ਬ੍ਰਹਮੀ ਨੂੰ ਬ੍ਰਹਮਾ ਦੀ ਕਿਰਤ ਦੱਸਦੇ ਹਨ ਤੇ ਸੰਸਕ੍ਰਿਤ ਨੂੰ ਦੇਵ ਭਾਸ਼ਾ ਮੰਨਣ ਵਾਲੇ ਦੇਵਨਾਗਰੀ ਆਖਦੇ ਹਨ। ਅਸਲੀਅਤ ਇਹ ਹੈ ਕਿ ਲਿਪੀ ਵੀ ਬਾਕੀ ਵਸਤਾਂ ਵਾਂਗ ਮਨੁੱਖ ਦੀ ਕਾਢ ਹੈ। ਲਿਪੀ ਦਾ ਵਿਕਾਸ। ਜਦੋਂ ਅਜੇ ਲਿਪੀ ਦਾ ਵਰਤਾਰਾ ਨਹੀਂ ਸੀ ਤਾਂ ਗਿਆਨ ਦੀਆਂ ਰਚਨਾਵਾਂ ਨੂੰ ਕੰਨੀ ਸੁਣ ਕੇ ਕੰਠ ਕਰ ਲਿਆ ਜਾਂਦਾ ਸੀ। ਇਸੇ ਕਰਕੇ ਵੇਦਾਂ ਦਾ ਪੁਰਾਣਾ ਨਾਮ ਸ਼ਰੂਤੀ ਭਾਵ ਸੁਣੀ ਸੁਣਾਈ ਕਿਹਾ ਜਾਂਦਾ ਹੈ। ਇਹੋ ਭਾਵ ਸਿਮਰਤੀ ਪਦ ਤੋਂ ਹੈ, ਜ਼ੁਬਾਨੀ ਯਾਦ ਕੀਤੀ ਚੀਜ਼। ਰਚਨਾਵਾਂ ਨੂੰ ਸੰਖੇਪ ਰਚਨਾ ਕਰਨ ਭਾਵ ਸੂਤਰ ਸ਼ੈਲੀ ਦਾ ਰਿਵਾਜ ਪ੍ਰਚਲਿਤ ਹੋਇਆ। ਇਸ ਸੂਤਰ ਸ਼ਬਦ ਦੀ ਵਰਤੋਂ ਤੋਂ ਪਤਾ ਲੱਗਦਾ ਹੈ ਕਿ ਕਦੀ ਹਿੰਦ ਵਿੱਚ ਸੂਤਰਾਂ ਜਾਂ ਧਾਗਿਆਂ ਰਾਹੀਂ ਮਨੋਭਾਵ ਪ੍ਰਗਟ ਕੀਤੇ ਜਾਂਦੇ ਸਨ। ਅੱਖਰ ਲਈ ਵਰਨ ਸ਼ਬਦ ਵਰਤਿਆ ਜਾਂਦਾ ਹੈ। ਵਰਨ ਦਾ ਅਰਥ ਹੈ ਰੰਗ। ਇਸੇ ਲਈ 35 ਅੱਖਰ ਦੀ ਥਾਂ ਕਈ ਵਾਰ ਵਰਣਮਾਲਾ ਵੀ ਲਿਖਿਆ ਜਾਂਦਾ ਹੈ। ਗ੍ਰੰਥ ਦਾ ਸ਼ਬਦੀ ਅਰਥ ਹੈ ਗੰਢ। ਜਦੋਂ ਰੰਗ ਬਰੰਗੇ ਧਾਗਿਆਂ ਨੂੰ ਅੱਡ-ਅੱਡ ਤਰ੍ਹਾਂ ਦੀਆਂ ਗੰਢਾਂ ਦੇ ਕੇ ਭਾਂਤ-ਭਾਂਤ ਦੇ ਮਨੋਭਾਵ ਜ਼ਾਹਰ ਕਰਨ ਲਈ ਵਰਤਿਆ ਜਾਂਦਾ ਸੀ ਤੇ ਬਾਅਦ ਵਿੱਚ ਲਿਪੀ ਵਿੱਚ ਗੁੰਦੀ ਗਈ ਵੱਡੀ ਰਚਨਾ ਨੂੰ ਗ੍ਰੰਥ ਕਿਹਾ ਜਾਣ ਲੱਗਾ। ਕਿਸੇ ਦਾ ਸੁਨੇਹਾ ਯਾਦ ਰੱਖਣ ਲਈ ਆਮ ਲੋਕ ਆਪਣੀ ਚਾਦਰ, ਪਗੜੀ ਜਾਂ ਰੁਮਾਲ ਨੂੰ ਗੰਢ ਦੇ ਲੈਂਦੇ ਹਨ ਤੇ ਪਿੰਡ ਵਿੱਚ ਖੁਸ਼ੀ ਦਾ ਸੁਨੇਹਾ ਦੂਜੇ ਪਿੰਡ ਰਿਸ਼ਤੇਦਾਰਾਂ ਨੂੰ ਪਹੁੰਚਾਉਣ ਨੂੰ ਗੰਢ ਘੱਲਣਾ ਜਾਂ ਗੰਢ ਦੇਣਾ ਆਖਦੇ ਹਨ। ਪੱਲੇ ਬੰਨਣਾ ਜਾਂ ਲੜ ਬੰਨਣਾ ਮੁਹਾਵਰਾ ਇਸੇ ਪੁਰਾਣੀ ਰੀਤੀ ਦਾ ਯਾਦਗਾਰੀ ਚਿੰਨ੍ਹ ਹੈ। ਲਿਪੀ ਜਾਂ ਲਿਖਤ ਦਾ ਮੁੱਢ ਤਾਂ ਚਿੱਤਰ ਲਿਪੀ ਪਿਕਟੋਗ੍ਰਾਫਿਕ ਸਕ੍ਰਿਪਟ ਤੋਂ ਹੀ ਬੱਝਾ ਸਮਝਣਾ ਚਾਹੀਦਾ ਹੈ। ਇਸੇ ਚਿੱਤਰ ਲਿਪੀ ਦਾ ਸੁਧਰਿਆ ਤੇ ਸੰਖੇਪਿਤ ਹੋਇਆ ਰੂਪ ਭਾਵ ਆਈਡੀਓਗ੍ਰਾਫਿਕ ਸਕ੍ਰਿਪਟ ਭਾਵ ਲਿਪੀ ਸੀ। ਚਿੱਤਰਾਂ ਤੋਂ ਹੌਲੀ-ਹੌਲੀ ਵੱਖੋ-ਵੱਖ ਭਾਵਾਂ ਲਈ ਵੱਖ-ਵੱਖ ਚਿੰਨ੍ਹ ਨਿਯਤ ਹੋ ਗਏ ਸਨ ਜੋ ਧੁਨੀਆਂ ਦੀ ਥਾਂ ਚਿੱਤਰ ਲਿਪੀ ਵਾਂਗ ਭਾਵਾਂ ਦਾ ਖਿਆਲ ਦੇ ਹੀ ਪ੍ਰਤੀਨਿਧ ਸਨ। ਇਸ ਤਰ੍ਹਾਂ ਭਾਵ ਲਿਪੀ ਦੇ ਲਫ਼ਜ਼ੀ ਤਸਵੀਰਾਂ ਦੀਆਂ ਅਕਸਾਂ ਨੂੰ ਛਾਂਟ-ਛਾਂਟ ਕੇ ਛੋਟਿਆਂ ਕਰਕੇ ਸਾਡੀਆਂ ਧੁਨੀ ਲਿਪੀਆਂ ਵਜੂਦ ਵਿੱਚ ਆਈਆਂ। ਹੌਲੀ-ਹੌਲੀ ਅੱਖਰਾਂ ਦੇ ਨਾਂ ਵੀ ਨਿੱਕੇ ਰਹਿ ਗਏ। ਯੂਨਾਨੀ ਅਲਫਾਬੇਟਾ ਅੰਗਰੇਜ਼ੀ ਵਿੱਚ A-B ਬਣ ਕੇ ਰਹਿ ਗਿਆ ਅਤੇ ਦੂਜੇ ਪਾਸੇ ਫਾਰਸੀ ਉਰਦੂ ਵਿੱਚ ਅਲਫਬੇ ਆਖਿਆ ਜਾਣ ਲੱਗਾ। ਅੰਗਰੇਜ਼ੀ ਦਾ ਲਿਪੀਵਾਚਕ ਸ਼ਬਦ ਅਲਫਾਬੈਟ ਇਹਨਾਂ ਦੋਹਾਂ ਮੁੱਢਲੇ ਅੱਖਰਾਂ ਦਾ ਮੇਲ ਦਾ ਹੀ ਸਿੱਟਾ ਹੈ। ਪੰਜਾਬ ਦੀਆਂ ਲਿਪੀਆਂ। ਨੈਕਸਟ, ਪੰਜਾਬ ਵਿੱਚ ਪ੍ਰਚਲਿਤ ਲਿਪੀਆਂ ਸ਼ਾਰਦਾ, ਟਾਕਰੀ, ਲੰਡੇ ਤੇ ਗੁਰਮੁਖੀ ਆਦਿ ਹਨ। ਕਸ਼ਮੀਰ ਦੇਸ਼ ਰਮਣੀਕ ਤੇ ਸ਼ਾਂਤੀ ਅਮਨ ਦਾ ਟਿਕਾਣਾ ਹੋਣ ਕਰਕੇ ਪੁਰਾਣੇ ਜ਼ਮਾਨੇ ਵਿੱਚ ਵਿਦਿਆ ਦਾ ਭਾਰਾ ਕੇਂਦਰ ਰਿਹਾ ਹੈ। ਵਿਦਵਾਨ ਲੋਕ ਸਰਸਵਤੀ ਜਾਂ ਸ਼ਾਰਦਾ ਦੇਵੀ ਦੇ ਜ਼ਿਆਦਾ ਉਪਾਸ਼ਕ ਹੁੰਦੇ ਸਨ। ਇਸ ਲਈ ਇਹਨਾਂ ਵੱਲੋਂ ਵਰਤੀ ਜਾਣ ਵਾਲੀ ਲਿਪੀ ਦਾ ਨਾਂ ਸ਼ਾਰਦਾ ਪੈ ਗਿਆ। ਮੂਲ ਸ਼ਾਰਦਾ ਲਿਪੀ 10ਵੀਂ ਸਦੀ ਦੇ ਆਸ-ਪਾਸ ਕੁਟਿਲ ਲਿਪੀ ਤੋਂ ਨਿਕਲੀ ਤੇ ਇਸ ਦਾ ਪ੍ਰਚਾਰ ਕਸ਼ਮੀਰ ਤੇ ਪੰਜਾਬ ਵਿੱਚ ਰਿਹਾ। ਸਰਸਵਤੀ ਨਦੀ ਤੋਂ ਪ੍ਰਯਾਗ ਤੱਕ ਗੰਗਾ ਜਮਨਾ ਦੀ ਵਾਦੀ ਬ੍ਰਹਮਾਵਰਤ ਕਹਾਉਂਦੀ ਸੀ। ਚਾਹੇ ਬ੍ਰਹਮਾ ਦੇ ਨਾਂ ਕਰਕੇ, ਚਾਹੇ ਬ੍ਰਾਹਮਣਾਂ ਦੀ ਬਹੁਤੀ ਵਸੋਂ ਕਰਕੇ ਇਹਨਾਂ ਵਿੱਚ ਵਰਤੀਂਦੀ ਲਿਪੀ ਬ੍ਰਹਮੀ ਅਖਵਾਈ। ਟਾਕਰੀ
ਪਹਾੜੀ ਰੂਪ ਹੈ ਜੋ ਜੰਮੂ ਤੇ ਪੰਜਾਬ ਦੇ ਉੱਤਰ ਵੱਲ ਤੇ ਪਹਾੜੀ ਇਲਾਕੇ ਵੱਲ ਪ੍ਰਚਲਿਤ ਹੈ। ਕਾਂਗੜੇ ਇਲਾਕੇ ਦੀਆਂ ਪਹਾੜੀਆਂ ਵਿੱਚ ਇਸ ਲਿਪੀ ਦੇ ਕਈ ਪੁਰਾਣੇ ਸ਼ਿਲਾਲੇਖ ਵੀ ਮਿਲੇ ਹਨ। ਕਿਸੇ ਸਮੇਂ ਪੰਜਾਬ ਵਿੱਚ ਟੱਕ ਜਾਤੀ ਦਾ ਬੜਾ ਜ਼ੋਰ ਰਿਹਾ ਤੇ ਪੰਜਾਬ ਦੇ ਬਹੁਤ ਸਾਰੇ ਹਿੱਸੇ ਨੂੰ ਟੱਕ ਦੇਸ਼ ਆਖਿਆ ਗਿਆ। ਇਸ ਟੱਕ ਦੇਸ਼ ਦੀ ਬੋਲੀ ਨੂੰ ਟੱਕੀ ਜਾਂ ਟਾਕੀ ਕਿਹਾ ਗਿਆ ਹੈ। ਸ਼ਾਇਦ ਇਸ ਬੋਲੀ ਲਈ ਵਰਤੀ ਜਾਂਦੀ ਲਿਪੀ ਹੀ ਟਾਕਰੇ ਜਾਂ ਟਾਕਰੀ ਕਹਾਈ। ਲੰਡੇ ਇਹਨਾਂ ਸ਼ਾਰਦਾ ਟਾਕਰੀ ਆਦਿ ਲਿਪੀਆਂ ਤੋਂ ਇਲਾਵਾ ਪੰਜਾਬ ਦੇ ਵਪਾਰੀਆਂ ਵਿੱਚ ਲੰਡੇ ਜਾਂ ਮਹਾਜਨੀ ਲਿਪੀ ਦਾ ਬਹੁਤ ਵਰਤਾਰਾ ਰਿਹਾ ਹੈ। ਵਪਾਰੀ ਲੋਕ ਸਮੇਂ ਤੇ ਮਿਹਨਤ ਦੀ ਬਚਤ ਲਈ ਅੱਖਰਾਂ ਉੱਤੇ ਨਾ ਲੀਕਾਂ ਖਿੱਚਦੇ ਸਨ ਅਤੇ ਨਾ ਹੀ ਲਗ ਮਾਤਰ ਲਾਉਂਦੇ ਸਨ। ਪੰਜਾਬ ਵਿੱਚ ਕਈ ਭਾਂਤ ਦੇ ਅੱਖਰ ਵਹੀਆਂ ਖਾਤਿਆਂ ਵਿੱਚ ਇਹ ਲਿਪੀ ਮੌਜੂਦ ਹੈ। ਇਸ ਬਾਰੇ ਇੱਕ ਛੋਟੀ ਸਟੋਰੀ ਵੀ ਹੈ ਕਿ ਕਿਸੇ ਨੇ ਆਪਣੇ ਲਾਲਾ ਜੀ ਦੀ ਖਬਰ ਵਾਸਤੇ ਚਿੱਠੀ ਲਿਖੀ। ਉਹ ਬਿਹਾਰ ਵਿੱਚ ਰਹਿੰਦੇ ਸਨ। ਉਧਰੋਂ ਚਿੱਠੀ ਆਈ ਕਿ ਲਾਲਾ ਜੀ ਅਜਮੇਰ ਗਏ ਹਨ, ਪਰ ਕਿਉਂਕਿ ਉੱਪਰ ਲਗਾ ਨਹੀਂ ਸਨ, ਅਜਮੇਰ ਮੇਰ ਦੇ ਉੱਪਰ ਲਾ ਨਹੀਂ ਸੀ ਤੇ ਪੜ੍ਹਨ ਵਾਲੇ ਨੇ ਪੜ੍ਹਿਆ ਅੱਜ ਲਾਲਾ ਜੀ ਮਰ ਗਏ ਹਨ। ਸੋ ਇਸ ਤਰ੍ਹਾਂ ਪਰਿਵਾਰ ਦੇ ਵਿੱਚ ਵਕਤ ਪੈ ਗਿਆ, ਪਰ ਬਾਅਦ ਵਿੱਚ ਸੱਚਾਈ ਦਾ ਪਤਾ ਬੜੀ ਦੇਰ ਬਾਅਦ ਲੱਗਿਆ। ਗੁਰਮੁਖੀ ਗੁਰਮੁਖੀ ਨਾ ਤਾਂ ਭਾਵੇਂ 500-400 ਵਰ੍ਹੇ ਤੋਂ ਵੱਧ ਨਾ ਪੁਰਾਣਾ ਹੋਵੇ, ਪਰੰਤੂ ਇਸ ਲਿਪੀ ਦੇ ਅੱਖਰ ਢੇਰ ਪੁਰਾਣੇ ਹਨ। ਅਸੀਂ ਵਿਚਾਰ ਕਰ ਚੁੱਕੇ ਹਾਂ ਕਿ ਉੱਤਰੀ ਭਾਰਤ ਵਿੱਚ ਵਰਤਮਾਨ ਲਿਪੀਆਂ ਵਧੇਰੇ ਕਰਕੇ ਬ੍ਰਹਮੀ ਤੋਂ ਹੀ ਵਿਕਸਿਤ ਹੋਈਆਂ। ਬ੍ਰਹਮੀ ਤੋਂ ਗੁਪਤਾ ਲਿਪੀ ਤੇ ਗੁਪਤਾ ਤੋਂ ਕੁਟਿਲ ਤੇ ਸਿੰਧ ਲਿਪੀ ਦੇ ਅੱਖਰਾਂ ਤੋਂ ਅੱਗੇ ਸ਼ਾਰਦਾ, ਟਾਕਰੀ ਤੇ ਗੁਰਮੁਖੀ ਆਦਿ ਦਾ ਵਿਕਾਸ ਹੋਇਆ। ਚੀਨੀਆਂ ਨੇ ਸਿਧਿੰਗ ਲਿਪੀ ਨੂੰ ਬਹੁਤ ਸੁੰਦਰ ਤਰੀਕੇ ਨਾਲ ਲਿਖ ਕੇ ਰੱਖਣ ਤੇ ਸੰਭਾਲਣ ਦਾ ਉਪਰਾਲਾ ਕੀਤਾ। ਸਿਧਿੰਗ ਲਿਪੀ ਜਾਂ ਸਿੱਧ ਮਾਤਰਕਾ ਦੀ ਪੂਰੀ ਵਰਣਮਾਲਾ ਦਾ ਉਤਾਰਾ ਡਾਕਟਰ ਰਘਵੀਰ ਨੇ ਆਪਣੇ ਇੱਕ ਲੇਖ ਵਿੱਚ ਦਿੱਤਾ ਹੈ। ਇਹਨਾਂ ਅੱਖਰਾਂ ਨੂੰ ਵੇਖ ਕੇ ਤਸੱਲੀ ਤੇ ਹੈਰਾਨੀ ਵੀ ਹੁੰਦੀ ਹੈ ਕਿ ਗੁਰਮੁਖੀ ਲਿਪੀ ਵਾਲੇ ਅੱਖਰ ਕਿੰਨੇ ਪ੍ਰਾਚੀਨ ਤੇ ਕਿੰਨੇ ਅਜੋਕੇ ਅੱਖਰਾਂ ਨਾਲ ਹੂਬਹੂ ਮੇਲ ਖਾਂਦੇ ਹਨ। ਨੈਕਸਟ ਹੈ ਵਿਆਕਰਨ। ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਪਟਿਆਲਾ ਦੀ ਅਗਵਾਈ ਹੇਠ ਵਿਦਵਾਨਾਂ ਨੇ ਵਿਆਕਰਣਕ ਨਿਯਮਾਂ ਨੂੰ ਲੋੜ ਅਨੁਸਾਰ ਸੋਧਿਆ ਤੇ ਸ਼ੁੱਧ ਪੰਜਾਬੀ ਲਿਖਣ ਤੇ ਜ਼ੋਰ ਦਿੱਤਾ। ਕਿਸੇ ਬੋਲੀ ਨੂੰ ਪੜ੍ਹਨ ਲਿਖਣ ਲਈ ਬਣਾਏ ਨਿਯਮਾਂ ਦੇ ਇਕੱਠ ਨੂੰ ਵਿਆਕਰਣ ਆਖਿਆ ਜਾਂਦਾ ਹੈ। ਪੰਜਾਬੀ ਬੋਲੀ ਨੂੰ ਸ਼ੁੱਧ ਲਿਖਣ ਦਾ ਸੁਨਹਿਰੀ ਨੇਮ 4 ਸ਼ਬਦਾਂ ਦੇ ਇੱਕ ਵਾਕ ਵਿੱਚ ਬੰਦ ਕੀਤਾ ਜਾ ਸਕਦਾ ਹੈ, ਜਿਵੇਂ ਬੋਲੋ ਤਿਵੇਂ ਲਿਖੋ। ਇਸ ਦਾ ਮਤਲਬ ਇਹ ਨਹੀਂ ਕਿ ਇਲਾਕਾਈ ਬੋਲੀਆਂ ਵਿੱਚ ਲਿਖਣਾ ਸ਼ੁਰੂ ਕਰ ਦਿਓ। ਮਾਝੀ ਬੋਲੀ ਨੂੰ ਨੈਕਸਟ ਹੈ। ਮਾਝੀ ਬੋਲੀ ਨੂੰ ਟਕਸਾਲੀ ਬੋਲੀ ਮੰਨਿਆ ਹੈ। ਇਸ ਲਈ ਲਿਖਣ ਲੱਗਿਆਂ ਇਸ ਗੱਲ ਨੂੰ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ। ਸੋ ਆਮ ਬੋਲਚਾਲ ਵਿੱਚ ਇਲਾਕਾਈ ਬੋਲੀ ਦਾ ਲਹਿਜਾ ਵਰਣਨ ਲਈ ਕੋਈ ਹਰਜ ਨਹੀਂ, ਪਰ ਲਿਖਤ ਵਿੱਚ ਇਸ ਦੀ ਉੱਕਾ ਹੀ ਮਨਾਹੀ ਹੈ। ਉਦਾਹਰਨ ਵਜੋਂ ਦੁਆਬੇ, ਜਲੰਧਰ, ਹੁਸ਼ਿਆਰਪੁਰ ਤੇ ਕਪੂਰਥਲਾ ਵਿੱਚ ਵਵਾ ਦੀ ਥਾਂ ਬੱਬਾ ਵਰਤਿਆ ਜਾਂਦਾ ਹੈ, ਜੋ ਟਕਸਾਲੀ ਬੋਲੀ ਅਨੁਸਾਰ ਅਸ਼ੁੱਧ ਹੈ। ਜੋ ਵਸਤੂ ਵਹੀ ਵੱਖ ਵੱਡਾ ਨੂੰ ਵਸਤੂ ਬਹੀ ਵੱਖ ਵੱਡਾ ਲਿਖਣਾ ਗਲਤ ਹੈ। ਇਸੇ ਤਰ੍ਹਾਂ ਪੋਠੋਹਾਰੀ ਵਿੱਚ ਕਰਸਾਂ, ਜਾਸਾਂ, ਹੋਸੀ ਆਦਿ ਕਿਰਿਆ ਰੂਪ ਵਰਤੇ ਜਾਂਦੇ ਹਨ, ਜੋ ਗਲਤ ਹਨ। ਇਹਨਾਂ ਦੀ ਥਾਂ ਕਰਾਂਗਾ, ਜਾਵਾਂਗਾ ਤੇ ਹੋਵੇਗਾ ਕਿਰਿਆ ਰੂਪ ਠੀਕ ਹਨ। ਵਿਆਕਰਨ ਦੇ 3 ਭਾਗ ਹਨ: ਵਰਣਬੋਧ, ਆਰਥੋਗ੍ਰਾਫੀ, ਸ਼ਬਦਬੋਧ, ਇਟਮੋਲੋਜੀ
ਤੇ ਵਾਕਬੋਧ ਸਿੰਟੈਕਸ। ਸੋ ਇਹਨਾਂ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈ ਵਰਣਬੋਧ। ਵਰਣਬੋਧ ਨੈਕਸਟ ਊੜਾ ਆੜਾ ਈੜੀ ਦੀ ਮੁਹਾਰਨੀ। ਸੋ ਸ਼ੁਰੂ ਵਿੱਚ ਹੀ ਇਸ ਨੂੰ ਊੜਾ ਆੜਾ ਈੜੀ ਇਹਨਾਂ ਵਿੱਚ ਰਾੜਾ ਦੀ ਵਰਤੋਂ ਕੀਤੀ ਗਈ ਹੈ। ਇਹ ਰਾੜਾ ਦੀ ਵਰਤੋਂ ਗੁਰੂ ਸਾਹਿਬਾਨ ਨੇ ਕੀਤੀ ਹੈ ਔਰ ਰਾੜਾ ਬੜਾ ਹੀ ਪਿਆਰਾ ਅੱਖਰ ਹੈ। ਜਿਵੇਂ ਮੁਖੜਾ ਸੋਹਣਾ ਮੁਖ, ਸਿੱਖੜਾ ਪਿਆਰਾ ਸਿੱਖ, ਮਿੱਠੜਾ ਬਹੁਤ ਮਿੱਠਾ। ਔਰ ਇਸ ਦੇ ਬਾਰੇ ਇਹਨੂੰ ਹੋਰ ਕਲੀਅਰ ਕਰਨ ਵਾਸਤੇ ਜਦੋਂ ਕੋਈ ਬੱਚੇ ਦਾ ਮੂੰਹ ਲਿਬੜਿਆ ਹੋਵੇ ਤੇ ਮਾਤਾ ਨਾਰਾਜ਼ ਹੋਵੇ ਤਾਂ ਉਸ ਨੂੰ ਕਹੇਗੀ ਆ ਤੇਰਾ ਬੂਥਾ ਸਾਫ਼ ਕਰਦੇ ਆ। ਪਰ ਜਦੋਂ ਥੋੜੇ ਪਿਆਰ ਵਿੱਚ ਹੋਵੇ ਤਾਂ ਕਹੇਗੀ ਆ ਤੇਰਾ ਮੁੱਖ ਧੋ ਦਿਆਂ। ਤੇ ਜਦੋਂ ਬਹੁਤ ਹੀ ਜ਼ਿਆਦਾ ਪਿਆਰ ਵਿੱਚ ਹੋਵੇ ਤਾਂ ਫਿਰ ਉਸ ਨੂੰ ਕਹੇਗੀ ਕਿ ਪਿਆਰੇ ਬੱਚੇ ਆ ਤੇਰਾ ਮੈਂ ਮੁਖੜਾ ਸਾਫ਼ ਕਰ ਦਿਆਂ। ਇਹ ਊੜਾ ਐੜਾ ਈੜੀ ਜਿਹੜਾ ਹੈ ਇਹਦੇ ਵਿੱਚ ਜਦੋਂ ਇਸ ਨੂੰ ਅਸੀਂ ਲਿਖਦੇ ਹਾਂ ਤੇ ਊੜੇ ਦੇ ਨੂੰ ਔਂਕੜ ਤੇ ਦੁਲੈਂਕੜੇ ਲੱਗਦੇ ਹਨ। ਸੋ ਇੱਥੇ ਦੁਲੈਂਕੜਾ ਯੂਜ਼ ਕੀਤਾ ਗਿਆ ਹੈ ਪ੍ਰੋਨਾਊਂਸ ਕਰਨ ਵਾਸਤੇ ਤੇ ਨਾਲ ਫਿਰ ਰਾੜੇ ਨੂੰ ਕੰਨਾਂ ਲਗਾ ਕੇ। ਇਸ ਤਰ੍ਹਾਂ ਇਹ ਜਿਹੜੇ ਵਾਵਲਸ ਨੇ ਇਹ ਲੌਂਗ ਵਾਵਲਸ ਬਣ ਜਾਂਦੇ ਨੇ। ਆੜਾ ਈੜੀ, ਈੜੀ ਦਾ ਵੀ ਜਿਹੜੀ ਬਿਹਾਰੀ ਹੈ ਇਹ ਲੌਂਗ ਹੈ ਔਰ ਐੜੇ ਦਾ ਵੀ ਜਿਹੜਾ ਕੰਨਾ ਹੈ ਇਹ ਲੌਂਗ ਵਾਵਲ ਹੈ। ਸੋ ਇਸ ਤਰ੍ਹਾਂ ਇਹਨਾਂ ਨੂੰ ਅਸੀਂ ਪ੍ਰੋਨਾਊਂਸ ਕਰਦੇ ਹਾਂ। ਤੇ ਜਦੋਂ 35 ਨੂੰ ਯਾਦ ਕਰਨ ਵਾਸਤੇ ਅਸੀਂ ਕੱਕਾ ਖੱਖਾ ਪਹਿਲੇ ਕ ਮੁਕਤਾ ਫਿਰ ਕੱਕੇ ਨਾਲ ਕਰਨਾ ਇਸ ਤਰ੍ਹਾਂ ਇਹਨਾਂ ਨੂੰ ਪ੍ਰੋਨਾਊਂਸ ਕਰਦੇ ਹਾਂ ਕੱਕਾ ਖੱਖਾ ਗੱਗਾ। ਪਰ ਐਕਚੁਅਲੀ ਇਹਨਾਂ ਦੀ ਆਵਾਜ਼ ਜਿਹੜੀ ਹੈ ਉਹ ਸਿੰਗਲ ਇਹ ਹੋਏਗੀ ਕ ਕਾ ਕੇ ਕੀ। ਉੱਪਰ ਜਿਹੜੀ ਮੈਂ ਊੜਾ ਐੜਾ ਈੜੀ ਵਾਲੀ ਮੁਹਾਰਨੀ ਲਿਖੀ ਹੈ ਇਹ ਬਹੁਤ ਇੰਪੋਰਟੈਂਟ ਹੈ। ਸੰਗੀਤ ਸਿੱਖਣ ਲਈ 7 ਸੁਰਾਂ ਸਾ ਰੇ ਗਾ ਮਾ ਪਾ ਦਾ ਨੀ ਬਹੁਤ ਜ਼ਰੂਰੀ ਹਨ। ਇਸੇ ਤਰ੍ਹਾਂ ਪੰਜਾਬੀ ਸਿੱਖਣ ਲਈ ਇਹ ਮੁਹਾਰਨੀ ਜੋ ਹੈ ਊੜਾ ਐੜਾ ਈੜੀ ਦੀ ਇਸ ਨੂੰ ਜ਼ੁਬਾਨੀ ਕੰਠ ਕਰਨਾ ਬਹੁਤ ਹੀ ਜ਼ਰੂਰੀ ਹੈ। ਜਿਹੜੇ ਇਸ ਨੂੰ ਕੰਠ ਨਹੀਂ ਕਰਦੇ ਉਹ ਸਾਰੀ ਉਮਰ ਹੀ ਪ੍ਰੋਨਾਂਸੀਏਸ਼ਨ ਗਲਤ ਕਰਦੇ ਰਹਿੰਦੇ ਹਨ। ਸੋ ਇਹ ਸ਼ੁਰੂ ਵਿੱਚ ਹੀ ਇਸ ਦੇ ਉੱਪਰ ਬਹੁਤ ਜ਼ੋਰ ਦਿੱਤਾ ਜਾਂਦਾ ਹੈ। ਇੱਕ ਦਿਨ ਸਾਡੇ ਵਿੱਚੋਂ ਹੀ ਕਿਸੇ ਨੇ ਇਸ ਤੇ ਕਮੈਂਟ ਵੀ ਕੀਤਾ ਸੀ ਕਿ ਬਹੁਤਿਆਂ ਨੂੰ ਇਹ ਮੁਹਾਰਨੀ ਨਹੀਂ ਆਉਂਦੀ। ਇਸ ਨੂੰ ਬੋਲਣ ਦਾ ਤਰੀਕਾ ਇਹ ਹੈ ਕਿ 3 ਇਸ ਦੇ ਵਿੱਚ ਸ਼ਾਰਟ ਵਾਵਲਸ ਨੇ ਉਹਨਾਂ ਨੂੰ ਸ਼ਾਰਟ ਬੋਲਣਾ ਹੈ। ਬਾਕੀ 7 ਜਿਹੜੇ ਨੇ ਉਹ ਲੌਂਗ ਵਾਵਲਸ ਨੇ। ਸ਼ਾਰਟ ਵਾਵਲਸ ਨੂੰ ਹਰਸਵ ਸਵਰ ਅਤੇ ਬਾਕੀ 7 ਜਿਹੜੇ ਉਹਨਾਂ ਨੂੰ ਦੀਰਘ ਸਵਰ ਕਹਿੰਦੇ ਹਨ। ਇਹਨਾਂ ਨੂੰ ਲਘੂ ਤੇ ਗੁਰੂ ਵੀ ਆਖਦੇ ਹਨ। ਸੋ ਇਸ ਦਾ ਪ੍ਰੋਨਾਂਸੀਏਸ਼ਨ ਇਹ ਹੈ ਅ ਆ ਏ ਈ ਓ ਊ ਏ ਐ ਓ ਔ। ਊੜਾ ਜਿਹੜਾ ਹੈ ਉਹ ਊੜੇ ਦੇ ਉੱਪਰ ਲੱਗਦਾ ਹੈ ਊੜਾ ਸੋ ਇਸ ਨੂੰ ਓਪਨ ਕੀਤਾ ਜਾਂਦਾ ਹੈ। ਪਰ ਬਾਕੀ ਜਿਹੜੇ 32 ਅੱਖਰ ਨੇ ਉਹਨਾਂ ਦੇ ਉੱਪਰ ਅਸੀਂ ਜਿੱਦਾਂ ਹੋੜਾ ਲਿਖਦੇ ਹਾਂ ਉਸ ਤਰ੍ਹਾਂ ਹੀ ਅਸੀਂ ਉਸ ਨੂੰ ਲਿਖਣਾ ਹੈ। ਸੋ ਬਾਕੀ ਜਿਹੜੀ ਅਗਰ ਮੁਹਾਰਨੀ ਇਹ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਬੈਠ ਜਾਵੇ ਤਾਂ ਫਿਰ ਕੋਈ ਵੀ ਅੱਖਰ ਪੜ੍ਹਨ ਵਿੱਚ ਜਾਂ ਲਿਖਣ ਵਿੱਚ ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ। ਇਹ ਬਹੁਤ ਜ਼ਰੂਰੀ ਹੈ ਕਿ ਇਹ 10 ਜਿਹੜੇ ਵਾਵਲਸ ਨੇ ਇਹਨਾਂ ਨੂੰ ਤੁਸੀਂ ਜ਼ੁਬਾਨੀ ਕੰਠ ਕਰ ਲਵੋ। ਇਹਨਾਂ ਵਿੱਚੋਂ ਪਹਿਲੇ 2 ਵਾਵਲ ਅ ਆ ਏ ਨੂੰ ਸੰਬੋਧਨ ਕਰਦੇ ਹਨ। ਏ ਈ ਆਈ ਨੂੰ, ਓ ਊ ਯੂ ਨੂੰ, ਏ ਐ ਈ ਨੂੰ ਤੇ ਓ ਔ ਓ ਨੂੰ। 5 ਜਿਹੜੇ ਇੰਗਲਿਸ਼ ਦੇ ਵਾਵਲਸ ਨੇ ਇਹਦੇ ਵਾਸਤੇ ਸਾਡੇ ਕੋਲ 2-2 ਸਾਊਂਡਸ ਨੇ। ਰਾੜੇ ਅੱਖਰ ਬਾਰੇ ਭਗਤ ਰਵਿਦਾਸ ਜੀ ਦੇ ਅੰਗ 658 ਤੇ ਲਿਖਦੇ ਹਨ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗ ਤੋਰੀ। ਸੋ ਇੱਥੇ ਲਫ਼ਜ਼ ਆਇਆ ਹੈ ਜੋਰੀ ਜੋਰ ਤੋਰੀ। ਇਹ ਰਾੜੇ ਦੀ ਥਾਂ ਤੇ ਐਕਚੁਅਲੀ ਰਾੜਾ ਹੈ ਹੁਣ ਦੀ ਪੰਜਾਬੀ ਵਿੱਚ। ਤੇ ਫਿਰ ਦੂਸਰਾ ਉਹਨਾਂ ਨੇ
1106 ਅੰਕ ਤੇ ਲਿਖਿਆ ਹੈ ਨਾਨਾ ਖਿਆਲ ਪੁਰਾਨ ਵੇਦ ਵਿਦ 34 ਅੱਖਰ ਮਾਹੀ। ਉਹਨਾਂ ਨੇ 34 ਅੱਖਰ ਦੱਸੇ ਹਨ ਕਿਉਂਕਿ ਭਗਤਾਂ ਦੀ ਬਾਣੀ ਵਿੱਚ ਉਸ ਵੇਲੇ ਅਡਾੜਾ ਮੌਜੂਦ ਨਹੀਂ ਸੀ, ਸੋ ਹੋ ਸਕਦਾ ਉਹਨਾਂ ਨੇ 35 ਦੀ ਥਾਂ ਤੇ 34 ਇਸ ਕਰਕੇ ਹੀ ਇਹ ਅੱਖਰ 34 ਅੱਖਰ ਸ਼ਬਦ ਲਿਖਿਆ ਹੈ। ਲਗਾ ਤੋਂ ਬਾਅਦ ਆ ਜਾਂਦੇ ਨੇ ਲਗਾਖਰ। ਨੈਕਸਟ, ਲਗਾਖਰ ਜੋ ਹੈ ਇਸ ਦਾ ਭਾਵ ਹੈ ਲਗਾ ਦਾ ਆਖਰ, ਐਂਡਿੰਗ ਆਫ ਲਗਾ। ਇਸ ਦੇ ਵਿੱਚ 3 ਹਨ ਲਗਾਖਰ, ਬਿੰਦੀ, ਟਿੱਪੀ ਤੇ ਅਦਕ। ਬਿੰਦੀ ਤੇ ਟਿੱਪੀ ਜੋ ਹੈ ਇਹ ਨੇਸਲ ਸਾਊਂਡ ਵਾਸਤੇ ਹੈ, ਕਿਸੇ ਅੱਖਰ ਨੂੰ ਨੱਕ ਵਿੱਚ ਬੋਲਣ ਵਾਸਤੇ ਬਿੰਦੀ ਜਾਂ ਟਿੱਪੀ ਲਗਾਈ ਜਾਂਦੀ ਹੈ। ਇਹਨਾਂ ਦਾ ਅੱਖਰਾਂ ਨਾਲ ਕੋਈ ਸੰਬੰਧ ਨਹੀਂ ਹੈ, ਇਹਨਾਂ ਦਾ ਸੰਬੰਧ ਲਗਾ ਨਾਲ ਹੈ ਕਿ ਕਿਹੜੀ ਲਗ ਨਾਲ ਟਿੱਪੀ ਲੱਗਦੀ ਹੈ, ਕਿਹੜੀ ਦੇ ਨਾਲ ਬਿੰਦੀ ਲੱਗਦੀ ਹੈ। ਸੋ ਮੈਂ ਇਸ ਦੇ ਵਿੱਚ ਜਿਹੜਾ ਰੈੱਡ ਕਲਰ ਵਿੱਚ ਪਹਿਲੇ 3 ਤਾਂ ਸ਼ਾਰਟ ਵਾਵਲ ਦੇ ਨੇ, ਮੁਕਤਾ, ਸਿਹਾਰੀ ਤੇ ਔਂਕੜ, ਤੇ ਇਸ ਤੋਂ ਬਗੈਰ ਦੁਲੈਂਕੜ ਨੂੰ ਵੀ ਟਿੱਪੀ ਲੱਗਦੀ ਹੈ। ਬਾਕੀ ਜਿਹੜੇ ਨੇ 6 ਉਹਨਾਂ ਨਾਲ ਹਮੇਸ਼ਾ ਬਿੰਦੀ ਲੱਗਦੀ ਹੈ। ਦੂਸਰੀ ਹੈ, ਤੀਸਰਾ ਹੈ ਅਦਕ। ਅਦਕ ਕੇਵਲ ਮੁਕਤਾ, ਸਿਹਾਰੀ ਤੇ ਔਂਕੜ ਨਾਲ ਲੱਗਦੀ ਹੈ। ਜਿਵੇਂ ਅਸੀਂ ਲਿਖਣਾ ਹੈ ਮੱਤ, ਮਮਾ ਮੁਕਤਾ ਹੈ, ਇਸ ਦੇ ਉੱਪਰ ਅਦਕ ਆਏਗੀ। ਸਿੱਖ ਲਿਖਣਾ ਹੈ, ਸੱਸੇ ਨੂੰ ਸਿਹਾਰੀ ਹੈ, ਇਹਦੇ ਉੱਪਰ ਅਦਕ ਪਾ ਸਕਦੇ ਹਾਂ। ਕੁੱਤਾ, ਕੱਕੇ ਨੂੰ ਔਂਕੜ ਹੈ, ਉਸ ਦੇ ਉੱਪਰ ਅਦਕ ਆ ਸਕਦੀ ਹੈ। ਹੋਰ ਕਿਸੇ ਲਗ ਨਾਲ ਅਦਕ ਦੀ ਵਰਤੋਂ ਜਿਹੜੀ ਹੈ ਉਹ ਨਹੀਂ ਕੀਤੀ ਜਾਂਦੀ। ਨੈਕਸਟ, ਗੁਰਮੁਖੀ ਦੇ ਵਿਸ਼ੇਸ਼ ਅੱਖਰ। ਇਹ ਹੁਣ ਦੇਖਣ ਨੂੰ ਸਾਰੇ ਸੋਚਣਗੇ ਕਿ ਇਹ ਤਾਂ ਬੜੀ ਸਿੰਪਲ ਜੀ ਗੱਲ ਹੈ, ਸਾਨੂੰ ਇਹਦੇ ਬਾਰੇ ਸਭ ਕੁਝ ਅੱਗੇ ਪਤਾ ਹੀ ਹੈ, ਪਰ ਕੁਝ ਗੱਲਾਂ ਲੋੜੀਂਦੀਆਂ ਨੋਟ ਕਰਨ ਵਾਲੀਆਂ ਹਨ। ਇਸ ਦੇ ਵਿੱਚ ਅਖੀਰਲੀ ਜਿਹੜੀ ਲਾਈਨ ਹੈ, ਜਿਹੜੇ ਰੈੱਡ ਕਲਰ ਵਿੱਚ ਤੇ ਥੱਲੇ 2 ਨੰਨਾ ਮਮਾ, ਇਹ ਅਨੁਨਾਸਕ ਅੱਖਰ ਇਹਨਾਂ ਨੂੰ ਆਖਿਆ ਜਾਂਦਾ ਹੈ ਕਿ ਇਹਨਾਂ ਨੂੰ ਨੱਕ ਬੰਦ ਕਰੀਏ ਤੇ ਅਸੀਂ ਇਹਨਾਂ ਨੂੰ ਨਹੀਂ ਬੋਲ ਸਕਦੇ। ਔਰ ਇਹਨਾਂ ਅੱਖਰਾਂ ਦਾ ਪਹਿਲੇ ਜੋ 2 ਲਾਈਨਾਂ ਨੇ ਗੰਗਾ ਤੇ ਯਈਆਂ, ਇਹ ਪ੍ਰੋਨਾਉਂਸ ਕਰਨਾ ਬਹੁਤਿਆਂ ਲਈ ਬਹੁਤ ਮੁਸ਼ਕਲ ਹੈ, ਬਹੁਤ ਗਲਤ ਪ੍ਰੋਨਾਉਂਸ ਕਰਦੇ ਹਨ। ਸੋ ਗੰਗਾ ਪ੍ਰੋਨਾਉਂਸ ਕਰਨ ਵਾਸਤੇ ਇਸ ਦਾ ਇੱਕ ਹੱਲ ਹੈ ਕਿ ਇਸ ਤੋਂ ਪਹਿਲਾਂ ਜਿਹੜਾ ਤੀਜਾ ਅੱਖਰ ਹੈ ਗੱਗਾ, ਉਸ ਦੇ ਉੱਪਰ ਟਿੱਪੀ ਲਗਾ ਕੇ ਫਿਰ ਗੱਗੇ ਨੂੰ ਕੰਨਾ ਲਗਾ ਕੇ ਉੱਪਰ ਬਿੱਤੀ ਤੇ ਉਹ ਲਫ਼ਜ਼ ਬਣ ਜਾਂਦਾ ਹੈ ਗੰਗਾ। ਗੰਗਾ, ਇਹਨੂੰ ਥੋੜਾ ਜਿਹਾ ਹੋਰ ਜ਼ੁਬਾਨ ਨੂੰ ਟਵਿਸਟ ਕਰੋ ਤੇ ਗੰਗਾ ਸੌਖਾ ਤੁਸੀਂ ਬੋਲ ਸਕਦੇ ਹੋ। ਉਸ ਤੋਂ ਨੈਕਸਟ ਲਫ਼ਜ਼ ਹੈ ਇਸ ਤੋਂ ਘੱਟ ਮੁਸ਼ਕਲ ਯਈਆਂ, ਉਹ ਵੀ ਇਸੇ ਤਰ੍ਹਾਂ ਹੀ ਜਿੱਜੇ ਉੱਪਰ ਟਿੱਪੀ, ਫਿਰ ਜਿੱਜੇ ਨੂੰ ਕੰਨਾ ਬਿੰਦੀ, ਜੰਝਾਂ, ਜੰਝਾਂ ਤੇ ਉਸ ਤੋਂ ਫਿਰ ਯਈਆਂ ਤੁਸੀਂ ਬੋਲ ਸਕਦੇ ਹੋ। ਬਾਕੀ ਅੱਖਰ ਜਿਹੜੇ ਨੇ ਨਾਣਾ, ਨੰਨਾ, ਨਾਨਾ, ਮਾਮਾ, ਇਹ ਤੇ ਬਹੁਤ ਸੌਖੇ ਹਨ, ਇਹਨਾਂ ਨੂੰ ਪ੍ਰੋਨਾਉਂਸ ਕਰਨਾ ਬਹੁਤ ਮੁਸ਼ਕਲ ਹੈ। ਅੱਗੇ ਜਾ ਕੇ ਅਸੀਂ ਪੜ੍ਹਾਂਗੇ ਕਿ ਇਹ ਬੜੀ ਵਿਗਿਆਨਕ ਇਸ ਦੀ ਤਰਤੀਬ ਹੈ, ਗੁਰੂ ਸਾਹਿਬ ਨੇ ਬਣਾਈ। ਪਹਿਲਾ ਲਫ਼ਜ਼ ਲਾਈਨ ਹੈ ਕ, ਖ, ਗ, ਕ, ङ, ਇਹ ਗਲੇ ਤੋਂ ਪਿੱਛੋਂ ਸ਼ਬਦ ਬੋਲੇ ਜਾਂਦੇ ਨੇ। ਫਿਰ ਦੂਸਰੀ ਲਾਈਨ ਹੈ ਚ, ਛ, ਜ, ਚ, ਝ, ਇਹ ਥੋੜਾ ਜਿਹਾ ਹੋਰ ਗਲੇ ਤੋਂ ਅੱਗੇ ਆ ਕੇ ਜੀਭ ਜਿਹੜੀ ਹੈ ਪਿਛਲੇ ਪਾਸੇ ਟੱਚ ਕਰਦੀ ਹੈ। ਟ, ਠ, ਡ, ਟ, ਣ, ਇਹ ਜੀਭ ਜਿਹੜੀ ਹੈ ਤਾਲੂ ਦੇ ਉੱਪਰ ਟੱਚ ਕਰੇਗੀ। ਤ, ਥ, ਦ, ਤ, ਨ, ਇਹ ਜੀਭ ਜਿਹੜੀ ਹੈ ਦੰਦਾਂ ਦੇ ਪਿੱਛੇ ਟੱਚ ਕਰਦੀ ਹੈ। ਔਰ ਅਖੀਰਲੀ ਲਾਈਨ ਪ, ਫ, ਬ, ਪ, ਮ, ਜੀਭ ਕਿਤੇ ਟੱਚ ਨਹੀਂ ਕਰਦੀ, ਇਹ ਅਸੀਂ ਬੁੱਲਾਂ ਨਾਲ ਇਹ ਲਾਈਨ ਬੋਲਦੇ ਹਾਂ। ਇਸ 5 ਲਾਈਨਾਂ ਦੇ ਵਿੱਚ ਤੀਸਰੀ ਲਾਈਨ ਟ, ਠ, ਡ, ਟ, ਣ ਤੇ ਤ, ਥ, ਦ, ਤ, ਨ, ਇਹ ਆਪਸ ਵਿੱਚ ਬਹੁਤ ਮਿਲਦੀਆਂ ਹਨ। ਇਸੇ ਕਰਕੇ ਬਹੁਤ ਸਾਰੇ ਨੰਨੇ ਤੇ ਨਾਣੇ ਦੀ ਜੋ ਗਲਤ ਵਰਤੋਂ ਕਰ ਲੈਂਦੇ ਹਨ। ਲਫ਼ਜ਼ ਹੈ ਗੁਣ, ਉਸ ਨੂੰ ਗੁਣ ਬੋਲਦੇ ਹਨ। ਲਫ਼ਜ਼ ਹੈ ਸੁਣ, ਉਸ ਨੂੰ ਸੁਣ ਬੋਲਦੇ ਹਨ। ਇਸ ਦਾ ਭਾਵ ਭੂਗੋਲਿਕ ਸਥਿਤੀ ਕਰਕੇ ਵੀ ਹੈ। ਮਿਡਲ ਈਸਟ ਦੇ ਵਿੱਚ ਕਿਸੇ ਨੂੰ ਕਹੋ ਤੂੰ ਬੋਲ ਟਮਾਟਰ, ਉਹ ਹਮੇਸ਼ਾ ਉਸ ਨੂੰ ਬੋਲੇਗਾ ਟਮਾਟਰ। ਇਸੇ ਤਰ੍ਹਾਂ ਹੀ ਅਮਰੀਕਾ ਵਿੱਚ ਕਿਸੇ ਅਮਰੀਕਨ ਨੂੰ ਕਹੋ ਬੋਲ ਤੋਤਾ, ਉਹ ਬੋਲੇਗਾ ਟੋਟਾ।
ਸੋ ਇੱਕ ਦੂਜੇ ਅੱਖਰ ਜਿਹੜੇ ਨੇ ਉਹ ਭੂਗੋਲਿਕ ਹੋਣ ਕਰਕੇ ਠੀਕ ਨਹੀਂ ਬੋਲ ਸਕਦੇ। ਇਸ ਵਿੱਚ ਚੌਥੀ ਜਿਹੜੀ ਲਾਈਨ ਹੈ ਉਹ ਹੈ ਘੱਗਾ, ਝਿੱਜਾ, ਢੱਡਾ, ਧੱਦਾ ਤੇ ਪੱਬਾ। ਇਹ ਸ਼ਬਦ ਜਿਹੜੇ ਨੇ ਇਹ ਜੇ ਤੇ ਕਿਸੇ ਸ਼ਬਦ ਦੇ ਵਿਚਕਾਰ ਜਾਂ ਅਖੀਰ ਤੇ ਆ ਜਾਣ ਤੇ ਅਖੀਰਲਾ ਜਿਹੜਾ ਸ਼ਬਦ ਹੈ ਉਸ ਦਾ ਪ੍ਰੋਨੰਸੀਏਸ਼ਨ ਬਦਲ ਜਾਂਦਾ ਹੈ। ਇਸ ਨੂੰ ਅਸੀਂ ਬਾਅਦ ਵਿੱਚ ਡਿਸਕਸ ਕਰਾਂਗੇ। ਨੈਕਸਟ ਹੈ ਅਨੁਨਾਸਿਕ ਅੱਖਰ ਤੇ ਦੁੱਤ ਅੱਖਰ। ਅਨੁਨਾਸਿਕ ਅੱਖਰ ਅਸੀਂ ਹੁਣੇ ਹੀ ਬੋਲ ਚੁੱਕੇ ਹਾਂ, ਗੰਗਾ, ਯਈਆਂ, ਨਾਣਾ, ਨੰਨਾ ਤੇ ਮੰਮਾ। ਇਸ ਤੋਂ ਬਾਅਦ ਆ ਜਾਂਦੇ ਹਨ ਦੁੱਤ ਅੱਖਰ। ਦੁੱਤ ਤੋਂ ਭਾਵ ਹੈ ਜਿਹੜੇ ਪੈਰਾਂ ਵਿੱਚ ਅੱਖਰ ਪੈਂਦੇ ਹਨ। ਅੱਜ ਕੱਲ੍ਹ ਬਹੁਤਾ ਹਾਹਾ ਤੇ ਰਾਰਾ ਇਸੇ ਦੀ ਵਰਤੋਂ ਕੀਤੀ ਜਾਂਦੀ ਹੈ, ਪਰ ਗੁਰਬਾਣੀ ਦੇ ਵਿੱਚ ਹੋਰ ਵੀ ਬਹੁਤ ਸਾਰੇ ਸ਼ਬਦ ਹਨ ਜਿਹੜੇ ਪੈਰ ਵਿੱਚ ਪਾਏ ਜਾਂਦੇ ਹਨ। ਰਾਰਾ ਦੀ ਵੀ ਬਹੁਤ ਵਰਤੋਂ ਹੈ। ਪੈਰ ਦੇ ਵਿੱਚ ਟੈਂਕਾ 10 ਵਾਰੀ, ਨੰਨਾ 11 ਵਾਰੀ, ਤੱਤਾ 13 ਵਾਰੀ, ਵਵਾ 73 ਵਾਰ, ਚਿੱਚਾ 5 ਵਾਰ ਤੇ ਹਲੰਤ ਜਿਹੜੀ ਇੱਕ ਛੋਟੀ ਟੇਢੀ ਲਾਈਨ ਹੁੰਦੀ ਹੈ ਉਸ ਨੂੰ 1188 ਵਾਰ ਯੂਜ਼ ਕੀਤਾ ਗਿਆ ਹੈ। ਸੰਸਕ੍ਰਿਤੀ ਸ਼ਲੋਕਾਂ ਵਿੱਚ ਇਸ ਦੀ ਵਰਤੋਂ ਹੈ। ਇਸੇ ਤਰ੍ਹਾਂ ਹੀ ਹਾਹਾ 38 ਵਾਰ। ਹਾਹਾ ਤੇ ਯਈਆ ਦੀ ਪਛਾਣ ਵਾਸਤੇ ਇਹ ਹੈ ਕਿ ਜੇ ਸੱਜੇ ਪਾਸੇ ਦੀ ਬਾਹੀ ਲੰਬੀ ਹੋਵੇ ਤਾਂ ਉਹ ਹਾਹਾ ਹੋਏਗਾ, ਜੇ ਖੱਬੇ ਪਾਸੇ ਵਾਲੀ ਬਾਹੀ ਲੰਬੀ ਹੋਵੇ ਤਾਂ ਉਹ ਯਈਆ ਹੋਏਗਾ। ਯਈਆ 268 ਵਾਰ। ਇਸੇ ਤਰ੍ਹਾਂ ਹੀ ਬਿੰਦੀ 319 ਵਾਰ ਵਰਤੀ ਗਈ, ਜਿਸ ਵਿੱਚੋਂ 106 ਵਾਰ ਬਿਹਾਰੀ ਦੇ ਖੱਬੇ ਪਾਸੇ ਵਰਤੀ ਗਈ ਹੈ। ਆਮ ਤੌਰ ਤੇ ਅਸੀਂ ਬਿੰਦੀ ਹਮੇਸ਼ਾ ਹੀ ਕਿਸੇ ਲਾਮ ਦੇ ਸੱਜੇ ਪਾਸੇ ਵਰਤਦੇ ਹਾਂ, ਪਰ ਗੁਰਬਾਣੀ ਵਿੱਚ ਕਈ ਵਾਰੀ ਬਿਹਾਰੀ ਤੋਂ ਖੱਬੇ ਪਾਸੇ ਵੀ 106 ਵਾਰੀ ਵਰਤੀ ਗਈ ਹੈ। ਹਾਹਾ ਜਿਹੜਾ ਹੈ ਆਮ ਤੌਰ ਤੇ ਦੋ ਅਨੁਨਾਸਿਕ ਅੱਖਰ ਨੰਨਾ, ਮੰਮਾ ਤੇ ਅਖੀਰਲੀ ਲਾਈਨ ਯਈਆ ਤੋਂ ਬਿਨਾਂ ਰਾਰਾ, ਲੱਲਾ, ਵਾਵਾ, ਡਾੜਾ ਦੇ ਪੈਰਾਂ ਵਿੱਚ ਹਾਹਾ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਇਹਨਾਂ ਥੰਮ, ਵਰਾ, ਰਾਰੇ ਥੱਲੇ, ਗਲ, ਲੱਲੇ ਥੱਲੇ ਹਾਹਾ, ਕਾਵਾਂ, ਵਵੇ ਥੱਲੇ ਤੇ ਕੜ, ਡਾੜੇ ਥੱਲੇ। ਵਰਣ ਬੋਧ ਤੋਂ ਬਾਅਦ ਅੱਗੇ ਆ ਜਾਂਦਾ ਹੈ ਸ਼ਬਦ ਬੋਧ। ਸ਼ਬਦ ਬੋਧ ਟਕਸਾਲੀ ਬੋਲੀ। ਉਪ ਬੋਲੀਆਂ ਵਿੱਚੋਂ ਇੱਕ ਬੋਲੀ ਨੂੰ ਰਾਜਸੀ ਜਾਂ ਭੂਗੋਲਿਕ ਕਾਰਨਾਂ ਕਰਕੇ ਵਧੇਰੇ ਪ੍ਰਸਿੱਧਤਾ ਅਤੇ ਪ੍ਰਵਾਨਗੀ ਮਿਲ ਜਾਂਦੀ ਹੈ। ਇਸ ਬੋਲੀ ਨੂੰ ਟਕਸਾਲੀ, ਕੇਂਦਰੀ ਜਾਂ ਸਾਹਿਤਕ ਬੋਲੀ ਕਿਹਾ ਜਾਂਦਾ ਹੈ। ਪੰਜਾਬ ਦੇ ਮਾਝੇ ਇਲਾਕੇ ਦੀ ਬੋਲੀ ਨੂੰ ਕੇਂਦਰੀ ਜਾਂ ਟਕਸਾਲੀ ਬੋਲੀ ਮੰਨਿਆ ਗਿਆ ਹੈ। ਸ਼ਬਦ ਬੋਧ ਦੇ ਵਿੱਚ ਕੁਝ ਸ਼ਬਦ ਜੋੜ ਦੇ ਨੇਮ ਹਨ। ਨੈਕਸਟ, ਨੰਨਾ ਤੇ ਨਾਣਾ ਨੂੰ ਇੱਕ ਦੂਜੇ ਦੀ ਥਾਂ ਵਰਤਣ ਨਾਲ ਅਰਥਾਂ ਵਿੱਚ ਫਰਕ ਪੈ ਜਾਂਦਾ ਹੈ। ਜਿਵੇਂ ਹਾਨੀ, ਨੁਕਸਾਨ ਨੰਨੇ ਨਾਲ, ਹਾਣੀ ਇੱਕੋ ਉਮਰ ਦੇ, ਖਾਨਾ ਘਰ, ਖਾਣਾ ਭੋਜਨ ਆਦਿ। ਇਸੇ ਤਰ੍ਹਾਂ 25 ਅੱਖਰਾਂ ਦੇ ਵਿੱਚ ਜਿਹੜੀ ਤੀਸਰੀ ਤੇ ਚੌਥੀ ਲਾਈਨ ਹੈ, ਜਿੱਦਾਂ ਗੱਗਾ ਤੇ ਘੱਗਾ, ਜਿੱਜਾ ਤੇ ਚਿੱਜਾ, ਡੱਡਾ ਤੇ ਢੱਡਾ, ਦੱਦਾ ਤੇ ਧੱਦਾ, ਬੱਬਾ ਤੇ ਪੱਬਾ ਇੱਕ ਦੂਜੇ ਦੀ ਥਾਂ ਵਰਤਣ ਨਾਲ ਅਰਥਾਂ ਵਿੱਚ ਫਰਕ ਪੈ ਜਾਂਦਾ ਹੈ। ਜੇ ਚੌਥੀ ਲਾਈਨ ਚੌਥਾ ਅੱਖਰ ਹਰ ਇੱਕ ਲਾਈਨ ਦਾ ਘੱਗਾ, ਝਿੱਜਾ, ਢੱਡਾ, ਧੱਦਾ ਤੇ ਪੱਬਾ ਕਿਸੇ ਸ਼ਬਦ ਦੇ ਵਿਚਕਾਰ ਜਾਂ ਅੰਤ ਹੋਣ ਤਾਂ ਇਹ ਉਸ ਤੋਂ ਪਹਿਲੇ ਅੱਖਰ ਗੱਗਾ, ਜਿੱਜਾ, ਡੱਡਾ, ਦੱਦਾ ਤੇ ਪੱਬਾ ਦੀ ਆਵਾਜ਼ ਦਿੰਦੇ ਹਨ। ਜਿਵੇਂ ਸਿੰਘ, ਸੋ ਘੱਗਾ ਜਿਹੜਾ ਹੈ ਗੱਗੇ ਦੀ ਆਵਾਜ਼ ਦਿੰਦਾ ਹੈ, ਸਿੰਘ। ਜੂਝਣਾ, ਝਿੱਜਾ ਜਿੱਜੇ ਦੀ ਆਵਾਜ਼ ਦਿੰਦਾ ਹੈ। ਗੰਢ, ਕਿਉਂਕਿ ਇਹ ਵਿਚਕਾਰ ਆਇਆ ਹੈ ਸੋ ਇਹ ਡੱਡੇ ਦੀ ਆਵਾਜ਼ ਦਿੰਦਾ ਹੈ। ਅੱਧ, ਧੱਦਾ ਜੋ ਹੈ ਦੱਦੇ ਦੀ ਆਵਾਜ਼ ਦਿੰਦਾ ਹੈ।
ਹੰਬਲਾ ਪੱਬਾ ਜੋ ਹੈ ਉਹ ਬੱਬੇ ਦੀ ਆਵਾਜ਼ ਦਿੰਦਾ ਹੈ। ਪਰ ਜੇ ਅੱਖਰ ਕਿਸੇ ਦੇ ਸ਼ੁਰੂ ਵਿੱਚ ਆਉਣ ਤਾਂ ਫਿਰ ਉਸ ਦੇ ਵਿੱਚ ਕੋਈ ਤਬਦੀਲੀ ਨਹੀਂ ਹੈ। ਜਿਵੇਂ ਜਦੋਂ ਅਸੀਂ ਘਰ ਕਹਿਣਾ ਹੈ ਤੇ ਉਹ ਘੱਗਾ ਰਾਰਾ ਘਰ ਹੀ ਬਣੇਗਾ। ਇੱਕ ਸ਼ਬਦ ਹੈ ਹਾਹਾ। ਇਸ ਦੇ ਬਾਰੇ ਵਿਆਕਰਨ ਵਿੱਚ ਬਹੁਤ ਕੁਝ ਲਿਖਿਆ ਗਿਆ ਹੈ ਕਿ ਹਾਹਾ ਜਦੋਂ ਅਸੀਂ ਬੋਲਦੇ ਹਾਂ ਤੇ ਸਾਡਾ ਸਾਹ ਜਲਦੀ ਮੁੱਕ ਜਾਂਦਾ ਹੈ। ਸੋ ਉਹਦੇ ਕਰਕੇ ਫਿਰ ਇਹਦਾ ਬਾਕੀ ਸ਼ਬਦਾਂ ਦੇ ਉੱਪਰ ਬਹੁਤ ਅਸਰ ਪੈਂਦਾ ਹੈ। ਜੇ ਕਿਸੇ ਸ਼ਬਦ ਵਿੱਚ ਹਾਹਾ ਤੋਂ ਪਹਿਲੇ ਅੱਖਰ ਦੀ ਆਵਾਜ਼ ਲਾਂ ਵਾਲੀ ਹੋਵੇ ਤਾਂ ਉਸ ਨਾਲ ਲਾਂ ਦੀ ਸਿਹਾਰੀ ਲਾਈ ਜਾਂਦੀ ਹੈ। ਲਫ਼ਜ਼ ਹੈ ਸਿਹਤ, ਸੱਸੇ ਉੱਪਰ ਲਾਂ ਹਾਹਾ ਤੱਤਾ। ਇਸ ਨੂੰ ਅਸੀਂ ਸੱਸੇ ਨੂੰ ਸਿਹਾਰੀ ਵਿੱਚ ਬਦਲ ਦਿੰਦੇ ਹਾਂ। ਇਸੇ ਤਰ੍ਹਾਂ ਹੀ ਕਿਹੜਾ, ਮਿਹਨਤ, ਜਿਹੜਾ, ਮਿਹਰ, ਇਹ ਸਾਰੇ ਲਾਂ ਦੀ ਥਾਂ ਤੇ ਸਿਹਾਰੀ ਵਿੱਚ ਬਦਲ ਜਾਂਦੇ ਹਨ। ਜੇ ਕਿਸੇ ਸ਼ਬਦ ਹਾਹਾ ਤੋਂ ਪਹਿਲੇ ਅੱਖਰ ਦੀ ਆਵਾਜ਼ ਦੁਲਾਵਾਂ ਵਾਲੀ ਹੋਵੇ ਤਾਂ ਫਿਰ ਜਿਸ ਤਰ੍ਹਾਂ ਸ਼ਹਿਰ, ਕਹਿਰ, ਖਹਿਰ, ਦੁਪਹਿਰ, ਇਸ ਦੇ ਨਾਲ ਕੀ ਹੁੰਦਾ ਹੈ ਕਿ ਉਹ ਜਿਹੜੀ ਦੁਲਾਵਾਂ ਹਨ ਉਹ ਹਟ ਜਾਂਦੀਆਂ ਨੇ ਤੇ ਹਾਹੇ ਨੂੰ ਸਿਹਾਰੀ ਲੱਗ ਜਾਂਦੀ ਹੈ। ਜਿਵੇਂ ਸ਼ਹਿਰ, ਕਹਿਣਾ, ਕਹਿਰ, ਦੁਪਹਿਰ, ਰਹਿਣਾ, ਵਹਿਣਾ ਆਦਿਕ। ਜੇ ਕਿਸੇ ਸ਼ਬਦ ਵਿੱਚ ਹਾਹਾ ਤੋਂ ਪਹਿਲੇ ਅੱਖਰ ਦੀ ਆਵਾਜ਼ ਹੋੜੇ ਵਾਲੀ ਹੋਵੇ ਤਾਂ ਹੋੜਾ ਔਂਕੜ ਜੋ ਹੈ ਉਹ ਪਹਿਲੇ ਅੱਖਰ ਨੂੰ ਲੱਗ ਜਾਂਦਾ ਹੈ। ਸ਼ਬਦ ਹੈ ਸੋਹਣਾ, ਸੱਸੇ ਉੱਪਰ ਹੋੜਾ, ਪਰ ਇਸ ਨੂੰ ਅਸੀਂ ਜਦੋਂ ਲਿਖਾਂਗੇ ਸੱਸੇ ਨੂੰ ਔਂਕੜ ਸੋਹਣਾ, ਦੋਹਰਾ, ਮੋਲਾ ਲਿਖਾਂਗੇ। ਜੇ ਕਿਸੇ ਸ਼ਬਦ ਹਾਹਾ ਤੋਂ ਪਹਿਲੇ ਅੱਖਰ ਦੀ ਆਵਾਜ਼ ਕਨੌੜੇ ਵਾਲੀ ਹੋਵੇ ਤਾਂ ਕਨੌੜਾ ਲੱਥ ਕੇ ਤੇ ਹਾਹੇ ਨੂੰ ਔਂਕੜ ਲੱਗ ਜਾਂਦਾ ਹੈ। ਲਫ਼ਜ਼ ਹੈ ਬਹੁਤ, ਬੱਬੇ ਨੂੰ ਕਨੌੜਾ, ਪਰ ਜਦੋਂ ਅਸੀਂ ਲਿਖਦੇ ਹਾਂ ਬੱਬਾ, ਹਾਹੇ ਨੂੰ ਔਂਕੜ ਤੱਤਾ। ਸੋ ਇਹ ਸਨ ਕੁਝ ਸ਼ਬਦ ਜੋੜਾਂ ਬਾਰੇ ਵਿਚਾਰ। ਹੁਣ ਵਾਕ ਬੋਧ ਤੀਸਰਾ ਅੰਗ ਹੈ। ਵਾਕ ਬੋਧ ਦੇ ਵਿੱਚ ਇਸ ਦੇ 3 ਹਿੱਸੇ ਹਨ: ਫਰੇਜ਼ਸ, ਈਡੀਅਮਸ ਤੇ ਪ੍ਰੋਵਰਬਸ। ਫਰੇਜ਼ਸ, ਵਾਕੰਸ਼। ਵਾਕੰਸ਼ ਦੇ ਅੰਤ ਵਿੱਚ ਭਾਵਾਰਥਕਾਰ ਦੰਤਕ ਇਨਫਿਨਿਟਿਵ ਪਾਰਟੀਸਿਪਲ ਨਹੀਂ ਹੁੰਦਾ। ਭਾਵ ਇਹਨਾਂ ਦਾ ਅੰਤਲਾ ਸ਼ਬਦ ਧਾਤੂ ਸ਼ਬਦ ਦੇ ਅੰਤ ਵਿੱਚ ਣਾਣੇ ਨੂੰ ਕੰਨਾ ਜਾਂ ਨੰਨੇ ਨੂੰ ਕੰਨਾ ਆਦਿ ਵਧਾ ਕੇ ਨਹੀਂ ਬਣਦਾ। ਜਿਵੇਂ ਅੱਗ ਦੇ ਭਾਅ, ਆਟੇ ਵਿੱਚ ਲੂਣ, ਹੱਡ ਹਰਾਮ, ਕਿਤਾਬੀ ਕੀੜਾ। ਪਰ ਇਹਨਾਂ ਨੂੰ ਈਡੀਅਮ ਬਣਾਉਣ ਵਾਸਤੇ ਇਹਨਾਂ ਦੇ ਉੱਪਰ ਣਾਣੇ ਵਾਲਾ ਲਫ਼ਜ਼ ਲਗਾ ਦਈਏ। ਜਿਸ ਤਰ੍ਹਾਂ ਅੱਗ ਦੇ ਭਾਅ ਹੋਣਾ, ਇਹ ਮੁਹਾਵਰਾ ਜਾਂ ਈਡੀਅਮ ਬਣ ਜਾਏਗਾ। ਆਟੇ ਵਿੱਚ ਲੂਣ ਹੋਣਾ, ਜੇ ਹੋਣਾ ਸ਼ਬਦ ਨਾਲ ਲਗਾ ਦਈਏ ਤਾਂ ਇਹ ਵੀ ਮੁਹਾਵਰਾ ਜਾਂ ਈਡੀਅਮ ਬਣ ਜਾਂਦਾ ਹੈ। ਦੂਸਰਾ ਹੈ ਈਡੀਅਮਸ। ਮੁਹਾਵਰੇ ਤੋਂ ਇਸ ਦਾ ਉਲਟ ਹੈ। ਇਸ ਸ਼ਬਦ ਸਮੂਹ ਦਾ ਅੰਤਲਾ ਸ਼ਬਦ ਭਾਵਾਰਥ ਕਾਰਦੰਤਕ ਇਨਫਿਨਿਟਿਵ ਪਾਰਟੀਸਿਪਲ ਹੁੰਦਾ ਹੈ, ਅਥਵਾ ਇਹ ਸ਼ਬਦ ਧਾਤੂ ਦੇ ਅੰਤ ਵਿੱਚ ਣਾਣੇ ਨੂੰ ਕੰਨਾ, ਨੰਨੇ ਨੂੰ ਕੰਨਾ ਜਾਂ ਨੀ ਆਦਿ ਵਧਾ ਕੇ ਬਣਦਾ ਹੈ। ਜਿਵੇਂ ਆਕੀ ਹੋਣਾ, ਭਾਵ ਬਾਗੀ ਹੋਣਾ, ਗਿੱਟੇ ਝਾੜਨੇ, ਨੰਨਾ ਲਗਾਇਆ ਅਖੀਰ ਤੇ, ਕੁੱਟਣਾ ਕਿਸੇ ਨੂੰ, ਗੁੱਡੀ ਚੜ੍ਹਨੀ, ਨੰਨੇ ਨੂੰ ਬਿਹਾਰੀ ਅਖੀਰ ਤੇ, ਭਾਵ ਉਨਤੀ ਵੱਲ ਜਾਣਾ। ਤੀਸਰਾ ਹੈ ਪ੍ਰੋਵਰਬਸ, ਅਖਾਣ। ਆਮ ਆਖੀ ਜਾਂ ਮੂੰਹ ਚੜ੍ਹ ਚੁੱਕੀ ਗੱਲ ਨੂੰ ਅਖਾਣ ਆਖਿਆ ਜਾਂਦਾ ਹੈ। ਇਹ ਅਟਲ ਸਚਾਈ ਬਣ ਕੇ ਰਹਿ ਜਾਂਦੀ ਹੈ। ਜਿਵੇਂ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟੇ, ਭਾਵ ਜਦ ਕੋਈ ਕਮੀਨਾ ਉੱਚੀ ਪਦਵੀ ਤੇ ਪੁੱਜ ਕੇ ਵੀ ਆਪਣੀਆਂ ਕਮੀਨੀਆਂ ਹਰਕਤਾਂ ਨਾ ਛੱਡੇ ਤਾਂ ਕਿਹਾ ਜਾਂਦਾ ਹੈ। ਦੂਸਰਾ, ਉਲਟੀ ਵਾੜ ਖੇਤ ਨੂੰ ਖਾਵੇ। ਕਿਸੇ ਚੀਜ਼ ਦਾ ਰਾਖੇ ਵਜੋਂ ਨੁਕਸਾਨ ਹੁੰਦਾ ਵੇਖ ਕੇ ਕਿਹਾ ਜਾਂਦਾ ਹੈ। ਇੱਕ ਚੁੱਪ 100 ਸੁੱਖ। ਕਿਸੇ ਗਲਾਦੜ ਭਾਵ ਗੱਪੀ ਨੂੰ ਚੁੱਪ ਰਹਿਣ ਲਈ ਪ੍ਰੇਰਨਾ
ਕਰਨਾ ਹੋਵੇ ਤਾਂ ਇਹ ਅਖਾਣ ਵਰਤਿਆ ਜਾਂਦਾ ਹੈ। ਅਖਾਣਾਂ ਦੀ ਵਰਤੋਂ ਪੰਜਾਬੀ ਵਿੱਚ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ। ਸੋ ਅਖੀਰ ਨਤੀਜਾ ਇਹ ਹੈ ਕਿ ਗੁਰਮੁਖੀ ਹੀ ਠੀਕ ਹੈ। ਪੰਜਾਬੀ ਲਿਖਣ ਲਈ ਗੁਰਮੁਖੀ ਦੇ ਮੁਕਾਬਲੇ ਦੀ ਹੋਰ ਕੋਈ ਢੁਕਵੀਂ ਤੇ ਸੰਪੂਰਨ ਲਿਪੀ ਨਹੀਂ। ਮੁਕੰਮਲ ਲਿਪੀ ਵਾਲੀਆਂ ਸਾਰੀਆਂ ਹੀ ਖੂਬੀਆਂ ਇਸ ਵਿੱਚ ਪਾਈਆਂ ਜਾਂਦੀਆਂ ਹਨ। ਨੰਬਰ 1, ਗੁਰਮੁਖੀ ਇੱਕ ਫੋਨੈਟਿਕ ਜਾਂ ਧੁਨਕ ਲਿਪੀ ਹੈ। ਇਸ ਵਿੱਚ ਪੰਜਾਬੀ ਦੀਆਂ 35 ਮੂਲ ਆਵਾਜ਼ਾਂ ਲਈ 35 ਚਿੰਨ੍ਹ ਮੌਜੂਦ ਹਨ। ਪੰਜਾਬੀ ਦੀ ਆਪਣੀ ਕੋਈ ਅਜਿਹੀ ਆਵਾਜ਼ ਨਹੀਂ ਜਿਸ ਲਈ ਇਸ ਵਿੱਚ ਅੱਖਰ ਨਾ ਹੋਵੇ। ਨੰਬਰ 2, ਇੱਕ ਆਵਾਜ਼ ਲਈ ਇੱਕੋ ਅੱਖਰ ਹੈ, ਦੋਹਰ ਨਹੀਂ। ਨੰਬਰ 3, ਹਰ ਅੱਖਰ ਨਿਆਰੀ ਸ਼ਕਲ ਦਾ ਹੈ। 4, ਗੁਰਮੁਖੀ ਲਿਪੀ ਨੇ ਅੱਜ ਤੱਕ ਕਿਸੇ ਵਿਦੇਸ਼ੀ ਆਵਾਜ਼ ਲਿਖਣ ਲਈ ਅਯੋਗਤਾ ਨਹੀਂ ਦਿਖਾਈ। ਲੋੜ ਪੈਣ ਤੇ ਆਪਣੇ ਅੱਖਰਾਂ ਨਾਲ ਹੀ ਰਤਾ ਮਾਸਾ ਚਿੰਨ੍ਹ ਲਾ ਕੇ ਕੰਮ ਸਾਰ ਲਿਆ ਜਾਂਦਾ ਹੈ, ਜਿਵੇਂ ਸੱਸੇ ਪੈਰ ਬਿੰਦੀ ਸ਼, ਜਿੱਜੇ ਪੈਰ ਬਿੰਦੀ ਜ਼ੀ ਦੀ ਆਵਾਜ਼। ਸੰਸਕ੍ਰਿਤ, ਫਾਰਸੀ ਤੇ ਬ੍ਰਿਜ ਭਾਖਾ ਦੀਆਂ ਕਈ ਕਿਤਾਬਾਂ ਗੁਰਮੁਖੀ ਵਿੱਚ ਲਿਖੀਆਂ ਹੋਈਆਂ ਇਸ ਗੱਲ ਦਾ ਨਿੱਘਰ ਪ੍ਰਮਾਣ ਹਨ। ਹਿੰਦ ਦੀਆਂ ਹੋਰ ਲਿਪੀਆਂ ਵਾਂਗ ਇਸ ਦੀ ਵਰਣਮਾਲਾ ਦੀ ਤਰਤੀਬ ਵੀ ਵਿਗਿਆਨਕ ਹੈ। ਜਿਸ ਤਰ੍ਹਾਂ ਮੈਂ ਪਹਿਲੇ ਦੱਸਿਆ ਹੈ ਕਿ ਵਿਗਿਆਨਕ ਤੌਰ ਤੇ ਗਲੇ ਤੋਂ ਲੈ ਕੇ ਬੁੱਲਾਂ ਤੱਕ ਇਹਨਾਂ ਦੀ ਤਰਤੀਬ ਹੈ। ਇਸ ਦੀਆਂ ਅੱਖਰ ਪਾਲਾਂ ਨੂੰ ਆਵਾਜ਼ ਸਥਾਨਾਂ ਅਨੁਸਾਰ ਵਿਉਂਤਿਆ ਗਿਆ ਹੈ। ਪੰਜਾਬੀ ਵਿੱਚ ਡਿਉੜੀਆਂ ਦੂਹਰੀਆਂ ਆਵਾਜ਼ਾਂ ਨਹੀਂ, ਕੇਵਲ ਰਾਰਾ ਜਾਂ ਹਾਹਾ ਹੀ ਕਿਤੇ-ਕਿਤੇ ਪੈਰੀ ਵਰਤੋਂ ਹੁੰਦੀ ਹੈ। ਜਿਸ ਤਰ੍ਹਾਂ ਹਿੰਦੀ ਵਿੱਚ ਅੱਧੇ ਅੱਖਰ ਹਨ, ਉਹ ਪੰਜਾਬੀ ਵਿੱਚ ਉਸ ਦੀ ਥਾਂ ਤੇ ਅਧਿਕ ਦੀ ਵਰਤੋਂ ਕੀਤੀ ਗਈ ਹੈ। ਇਸ ਦਾ ਟਾਈਪ ਵੀ ਦੇਵਨਾਗਰੀ ਨਾਲੋਂ ਵਧੇਰੇ ਸੁੰਦਰ ਹੈ। ਨੰਬਰ 8, ਗੁਰਮੁਖੀ ਲਿਪੀ ਬੜੀ ਸਰਲ, ਸਾਦਾ, ਸਾਫ, ਸਰੇਸ਼ ਤੇ ਸੋਹਣੀ ਹੈ। ਹਰ ਕੋਈ ਛੇਤੀ ਹੀ ਇਸ ਨੂੰ ਸਿੱਖ ਸਕਦਾ ਹੈ। ਸੋ ਤੁਸੀਂ ਵੀ ਆਪਣੇ ਬੱਚਿਆਂ ਨੂੰ ਪੰਜਾਬੀ ਜ਼ਰੂਰ ਪੜ੍ਹਾਓ। ਇੰਨੀਆਂ ਹੀ ਬੇਨਤੀਆਂ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।